ਕ੍ਰਾਈਮ ਦੀ ਤਾਦਾਦ ਹੈ ਲੁਧਿਆਣੇ ਸ਼ਹਿਰ ਦੇ ਵਿੱਚ ਬਹੁਤ ਵੱਧਦੀ ਜਾਂਦੀ ਹੈ। ਸ਼ਰੇਆਮ ਕਤਲ ਹੋ ਰਹੇ ਨੇ, ਕਿਡਨੈਪਿੰਗ ਹੋ ਰਹੀ ਹੈ। We have our very good team, crime detection teams. The entire crime wing is very strong in Ludhiana. We have 2 CIA staffs. We have a narcotic cell which is separate. We also have a narcotic 2 cell. ਇਹੋ ਜਿਹਾ ਕੋਈ ਵੀ ਕ੍ਰਾਈਮ ਐਸਾ ਨਹੀਂ ਬਚਾ ਹੈ ਜਿਹਦੇ ਵਿੱਚ criminals who were involved have not been either booked or arrested and sent to jail. Over last 8 months, which I have figured, we have recovered 60 weapons. And compared to only 74 cartridges, we have recovered 321 cartridges. So compared to 2021, over the 8 months, only 285 cases of NDPS Act were registered. And this year we have already registered 431 cases. So we have, instead of 2.689 kilograms, now recovered approximately 5.5 kilograms of heroin. So primarily we have been very hard on drugs and gangsters. We are already like 300 less crime registered. So ਪਿਛਲੀ ਵਾਰੀ ਜੇਕਰ ਕਰੀਬ 5000 ਦੇ ਕਰੀਬ ਸੀ ਤੇ ਅਸੀਂ ਕਰੀਬ 4600 ਦੇ ਨੇੜੇ ਇਸ ਵੇਲੇ ਹੈ। ਸਰ ਜਿਵੇਂ ਗੱਲ ਕਰਦੇ ਹਾਂ ਸ਼ਹਿਰ ਦੇ ਵਿੱਚ ਕਈ ਥਾਵਾਂ ਤੇ ਕੈਮਰਾਜ਼ ਵੀ ਇੰਸਟਾਲ ਕੀਤੇ ਗਏ ਸੀ ਕਿ ਲਾਈਕ ਲੋਕਾਂ ਦੀ ਸੇਫਟੀ ਦੇ ਲਈ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਜੇ ਕੋਈ ਮਿਸਹੈਪ ਹੁੰਦੀ ਆ ਤਾਂ ਉਹਨੂੰ ਟ੍ਰੇਸ ਕੀਤਾ ਜਾ ਸਕੇ। ਸਪੈਸ਼ਲੀ ਕ੍ਰਾਈਮ ਬ੍ਰਾਂਚ ਸੈਂਟਰ ਵੀ ਸੀ ਉਹਦੇ ਨਾਲ, ਫਿਰ ਵੀ ਲੋਕਾਂ ਦੇ ਦਿਮਾਗ ਦੇ ਵਿੱਚ ਉਹ ਡਰ ਨਹੀਂ ਹੈ। A big project was launched in which 1400 cameras of ਜਿਹੜੇ ਬਹੁਤ ਚੰਗੀ ਕੁਆਲਿਟੀ ਦੇ ਕੈਮਰਾ ਉਹ ਪੂਰੇ ਸ਼ਹਿਰ ਦੇ ਵਿੱਚ ਅੱਡ-ਅੱਡ ਥਾਵਾਂ ਤੇ ਲਗਾਏ ਗਏ। ਇਸ ਤੋਂ ਇਲਾਵਾ ਅਸੀਂ 2 ਡਰੋਨ ਪ੍ਰੋਕਿਓਰ ਕੀਤੇ ਹੈ ਜਿਹੜੇ ਕਿ ਸ਼ਹਿਰ ਦੇ ਵਿੱਚ ਪ੍ਰਾਇਮਰਲੀ ਅਸੀਂ ਟ੍ਰੈਫਿਕ ਵਿੱਚ ਵੀ ਇਸਤੇਮਾਲ ਕਰਦੇ ਹਾਂ ਔਰ ਕਿਤੇ ਸਾਨੂੰ ਲੱਗਦਾ ਹੈ ਕਿ ਕ੍ਰਾਈਮ ਕੰਟਰੋਲ ਵਿੱਚ ਵੀ ਲੋੜ ਹੈ ਉਹਨਾਂ ਨੂੰ ਵੀ ਇਸਤੇਮਾਲ ਕਰ ਸਕਦੇ ਹਾਂ। ਅਗਰ ਇਹ ਦੇਖਿਆ ਜਾਏ ਕਿ ਵੀ ਕ੍ਰਾਈਮ ਦੇ ਵਿੱਚ ਡਰ ਵਾਲੀ ਬਾਤ ਹੈ, ਸਾਡੇ ਕੋਲ ਆਟੋਮੈਟਿਕ ਨੰਬਰ ਪਲੇਟ ਰੀਡਿੰਗ ਸਿਸਟਮ ਜਿਹੜਾ ਹੈ ਬਹੁਤ ਚੰਗੀ ਤੌਰ 'ਤੇ ਕੰਮ ਕਰ ਰਿਹਾ ਹੈ ਔਰ 6 ਪੁਆਇੰਟਸ ਦੇ ਵਿੱਚ ਆਟੋਮੈਟਿਕ ਚਲਾਨ ਜਿਹੜੇ ਉਹ ਵੀ ਜਨਰੇਟ ਹੋ ਰਹੇ ਨੇ। ਸਰ ਜਿਸ ਤਰੀਕੇ ਨਾਲ ਲੁਧਿਆਣਾ ਸ਼ਹਿਰ ਬਹੁਤ ਵੱਡਾ ਹੈ ਉਸ ਕੰਪੈਰੀਜ਼ਨ ਦੇਖਿਆ ਜਾਵੇ ਕਿਤੇ ਨਾ ਕਿਤੇ ਪੁਲਿਸ ਦੀ ਸ਼ਾਰਟੇਜ ਜੋ ਤੁਹਾਨੂੰ ਲੱਗਦਾ ਹੈ ਕਿ ਹੈ? ਦੇਖੋ ਪਹਿਲੇ ਨਾਲੋਂ ਸਾਨੂੰ ਕਰੀਬ 320 ਦੇ ਕਰੀਬ ਸਾਡੇ ਨਿਊ ਰਿਕਰੂਟਸ ਨੇ ਜੁਆਇਨ ਕੀਤਾ ਹੈ। ਤੇ ਸਰ ਮਹਿਲਾਵਾਂ ਦੀ ਸੁਰੱਖਿਆ ਵੀ ਇੱਕ ਬਹੁਤ ਵੱਡਾ ਮੁੱਦਾ ਮੰਨਿਆ ਜਾਂਦਾ ਹੈ ਕਿਸੇ ਵੀ ਸ਼ਹਿਰ ਦੇ ਵਿੱਚ ਲਗਾਈਏ। Our women's cell is also a very strong cell. देखो helpline numbers already Punjab Police ਦੇ 181 is already functional. ਪੁਲਿਸ ਵਾਲਿਆਂ ਤੇ ਜ਼ਿੰਮੇਵਾਰੀ ਦਾ ਸਵਾਲ ਹੁੰਦਾ ਹੈ ਤੇ ਇਹਨਾਂ ਨੂੰ ਖੁਦ ਤੋਂ ਜ਼ਿਆਦਾ ਦੂਜਿਆਂ ਦਾ ਖਿਆਲ ਹੁੰਦਾ ਹੈ। ਅਸੀਂ ਅਕਸਰ ਸੁਣਦੇ ਹਾਂ ਕਿ ਪੁਲਿਸ ਮਹਿਕਮਾ ਇੱਕ ਅਜਿਹਾ ਮਹਿਕਮਾ ਹੈ ਜਿਹਦੀ ਡਿਊਟੀ 24 ਘੰਟੇ ਔਨ ਰਹਿੰਦੀ ਹੈ। ਸ਼ਹਿਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਹੁੰਦੀ ਹੈ, ਕੋਈ ਵੀ ਕ੍ਰਾਈਮ ਹੁੰਦਾ ਹੈ, ਸਭ ਤੋਂ ਪਹਿਲਾਂ ਜਿਹੜਾ ਮਹਿਕਮਾ ਮੁਸ਼ਤੈਦੀ ਨਾਲ ਪਹੁੰਚਦਾ ਹੈ ਉਹ ਹੁੰਦਾ ਹੈ ਪੁਲਿਸ ਮਹਿਕਮਾ। ਤੇ ਇਸ ਪੁਲਿਸ ਮਹਿਕਮੇ ਦੀ ਵਾਗਡੋਰ ਲੁਧਿਆਣਾ ਸ਼ਹਿਰ ਦੇ ਵਿੱਚ ਸੰਭਾਲ ਰਹੇ ਨੇ ਕੌਸ਼ਤਭ ਸ਼ਰਮਾ ਜੀ। ਸੋ ਲੁਧਿਆਣਾ ਲਾਈਵ ਦੇ ਇਸ ਸਪੈਸ਼ਲ ਸ਼ੋਅ ਦੇ ਵਿੱਚ ਮੈਂ ਕਿਰਨਪ੍ਰੀਤ ਰੂਪਰਾਏ ਤੁਹਾਡੀ ਖਾਸ ਗੱਲਬਾਤ ਕਰਵਾਉਣ ਜਾ ਰਹੀ ਹਾਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਾਨਯੋਗ ਕੌਸ਼ਤਭ ਸ਼ਰਮਾ ਜੀ ਨਾਲ। ਸਤਿ ਸ਼੍ਰੀ ਅਕਾਲ ਸਰ, ਲੁਧਿਆਣਾ ਲਾਈਵ ਦੇ ਸਪੈਸ਼ਲ ਸ਼ੋਅ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਧੰਨਵਾਦ ਜੀ ਤੇ ਵੈਲਕਮ ਟੂ ਮਾਈ ਆਫਿਸ। ਥੈਂਕ ਯੂ ਸਰ। ਸਰ ਲੁਧਿਆਣਾ ਪੁਲਿਸ ਵੈਸੇ ਦੇਖਿਆ ਜਾਵੇ ਆਪਣੀ ਕਾਰਗੁਜ਼ਾਰੀ ਨੂੰ ਲੈ ਕੇ ਬਹੁਤ ਜ਼ਿਆਦਾ ਚੌਕਸ ਰਹਿੰਦੀ ਹੈ, ਪਰ ਫਿਰ ਵੀ ਦੇਖਿਆ ਜਾਵੇ ਕ੍ਰਾਈਮ ਦੀ ਤਾਦਾਦ ਹੈ ਲੁਧਿਆਣੇ ਸ਼ਹਿਰ ਦੇ ਵਿੱਚ ਬਹੁਤ ਵੱਧਦੀ ਜਾਂਦੀ ਹੈ। ਸ਼ਰੇਆਮ ਕਤਲ ਹੋ ਰਹੇ ਨੇ, ਕਿਡਨੈਪਿੰਗ ਹੋ ਰਹੀ ਹੈ, ਲੋਕ ਇੱਦਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਦਿੰਦੇ ਨੇ ਕਿ ਕਾਨੂੰਨ ਦਾ ਜਿਵੇਂ ਕੋਈ ਡਰ ਹੀ ਨਹੀਂ ਹੁੰਦਾ ਉਹਨਾਂ ਦੇ ਜ਼ਿਹਨ ਵਿੱਚ। ਕਿਹਦੀ ਨਾਕਾਮਯਾਬੀ ਦਾ ਨਤੀਜਾ ਹੈ? ਦੇਖੋ ਆਪਾਂ ਕਈ ਤਰੀਕੇ ਦੇ ਇੰਪ੍ਰੈਸ਼ਨਸ ਬਣਾਉਣੇ ਜੀ, ਪਰ ਜਿਹੜੇ ਇੰਪ੍ਰੈਸ਼ਨਸ ਅਗਰ ਫਿਗਰ ਦੇ ਵਾਈਜ਼ ਦੇਖੇ ਜਾਏ ਤੇ ਓਵਰਆਲ ਕੰਪੈਰੀਟਿਵ ਫਿਗਰ ਲਈਏ ਅਗਰ ਇसी ਸਾਲ ਦੀ ਔਰ ਪਿਛਲੇ ਸਾਲ ਦੀ ਜੀ, ਸੋ ਵੀ ਆਰ ਆਲਰੇਡੀ ਲਾਈਕ 300 ਲੈਸ ਕ੍ਰਾਈਮ ਜੀ ਰਜਿਸਟਰਡ। ਸੋ ਪਿਛਲੀ ਵਾਰੀ ਜੇਕਰ ਕਰੀਬ 5000 ਦੇ ਕਰੀਬ ਸੀ ਤੇ ਅਸੀਂ ਕਰੀਬ 4600 ਦੇ ਨੇੜੇ ਇਸ ਵੇਲੇ ਹੈ ਜੀ। ਸੋ ਵੀ ਆਰ ਆਲਰੇਡੀ ਲਾਈਕ 400 crimes less have been registered. When as far as murders are concerned, many of these cases are basically linked to household disputes. जी बिल्कुल, domestic violence, household. Some of these fights even within the mohallas are linked. We had some incidents related to the gang crimes, and once in a while some kind of dispute comes up where criminal gangs are involved. But ਇਹੋ ਜਿਹਾ ਕੋਈ ਵੀ ਕ੍ਰਾਈਮ ਐਸਾ ਨਹੀਂ ਬਚਾ ਹੈ ਜਿਹੜੇ ਵਿੱਚ criminals who were involved have not been either booked or arrested and sent to jail.
जी। So this has been one good achievement by us. And as far as recoveries of weapon itself is concerned, I can tell you that comparatively, instead of 23 weapons which were recovered in 2021, Okay. over last 8 months, which I have figure, we have recovered 60 weapons. And compared to only 74 cartridges, we have recovered 321 cartridges, Okay. illicit cartridges. Okay. जी. So, I mean, overall, I mean, we have been very hard on any kind of gang crime. And the criminals have mostly been on the run. जी. But you see, the household related crimes where, I mean, a certain incident happened where a lady was residing with her sister and the husband, and they ultimately killed her and ran away to. Our teams went right up to the Nepal border in Bihar and arrested them, brought them back. जी. As far as NDPS POs are concerned, we have been working very hard. We have now arrested over this year itself more than 60 POs, which has been sort of record. Okay. So, I mean, arresting these proclaimed offenders of NDPS Act cases is one of the most difficult tasks. So that also we have been doing it very in a very big manner. As far as recoveries on drugs also is concerned, overall our recoveries have improved. That is one of the reasons why we have registered more cases. So compared to 2021, over the 8 months, only 285 cases of NDPS Act were registered. Okay. And this year we have already registered 431 cases. So if you see approximate jump in that crime which has happened, जी. which I am seeing, lot of it is accounted for by positive policing, where we have recovered more heroin and other drugs. So if you see overall recovery of the contraband by us, so we have, instead of 2.689 kilograms, now recovered approximately 5.5 kilograms of heroin. Only yesterday we had done a commercial recovery case of 257 grams heroin and 2.7 kilogram opium, which was being brought from Jharkhand. Okay. So मतलब काफ़ी कुछ ਇਹਦੇ ਵਿੱਚ ਜਿਹੜਾ ਹੈ improvement in the drug scenario has happened. We have identified about 30 hotspots. Continuously we are putting up patrols, and we also get feedback from the people, from the people's representatives also, and we focus and refocus our energies. ਜਿਹੜੇ ਇਲਾਕਿਆਂ ਦੇ ਵਿੱਚ ਲੋੜ ਲੱਗਦੀ ਹੈ ਸਾਨੂੰ ਕਿ ਵੀ ਇਸ ਇਲਾਕਿਆਂ ਦੇ ਵਿੱਚ ਮਾੜਾ ਮੋਟਾ ਵੀ ਕੰਮ ਸ਼ੁਰੂ ਹੋਇਆ ਹੈ, there is a input ਕਿ ਇਸ ਇਲਾਕੇ ਦੇ ਵਿੱਚ ਡਰੱਗਸ ਦੀ ਜਿਹੜੀ ਹੈ ਵਿਕਰੀ ਹੋ ਰਹੀ ਹੈ, ਜਾਂ ਇੱਥੇ ਇਨਪੁਟ ਆ ਰਿਹਾ ਹੈ ਬੰਦੇ ਜਿਹੜੇ ਜੇਲ੍ਹ ਭੇਜੇ ਗਏ ਸੀ ਹੁਣ ਉਹ ਵਾਪਸ ਆ ਗਏ ਨੇ, ਉਹ ਸਾਰੇ ਇਹੋ ਜਿਹੇ ਵਿਅਕਤੀਆਂ ਨੂੰ ਜਿਹੜਾ ਹੈ ਵੀ ਕੰਟੀਨਿਊਸਲੀ ਮੋਨੀਟਰ, ਐਂਡ ਆਵਰ ਏਮ ਇਜ਼ ਦੈਟ ਦੇ ਮਸਟ ਟੋਟਲੀ ਬੀ ਸੌਰਟ ਆਫ ਨਿਊਟਰਲਾਈਜ਼ਡ, और ਇਹੋ ਜਿਹੀ ਕੋਈ ਵੀ ਜਿਹੜੀ ਐਕਟੀਵਿਟੀ ਹੈ we should not permit. So primarily we have been very hard on drugs and gangsters. This case is related to the individual family related issues जो murder के हैं, I mean which happens, but we trace them as soon as possible. We have our very good team, crime detection teams. The entire crime wing is very strong in Ludhiana. We have 2 CIA staffs, we have a narcotic cell which is separate, we also have a narcotic 2 cell. So overall we have been closely monitoring all kinds of criminal incidents. This is a huge city. Incidents do keep happening, but I mean overall I believe that it is not a situation where you can say that the crime is having unabated, it's going unabated, it's getting undetected and people are unsafe. It is not true. ਸਰ ਜਿਵੇਂ ਗੱਲ ਕਰਦੇ ਹਾਂ, ਸ਼ਹਿਰ ਦੇ ਵਿੱਚ ਕਈ ਥਾਵਾਂ ਤੇ ਕੈਮਰਾਜ਼ ਵੀ ਇੰਸਟਾਲ ਕੀਤੇ ਗਏ ਸੀ ਕਿ ਲਾਈਕ ਲੋਕਾਂ ਦੀ ਸੇਫਟੀ ਦੇ ਲਈ, ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਜੇ ਕੋਈ ਮਿਸਹੈਪ ਹੁੰਦੀ ਆ ਤਾਂ ਉਹਨੂੰ ਟਰੇਸ ਕੀਤਾ ਜਾ ਸਕੇ। ਸਪੈਸ਼ਲੀ ਕ੍ਰਾਈਮ ਬ੍ਰਾਂਚ ਸੈਂਟਰ ਵੀ ਸੀ ਉਹਦੇ ਨਾਲ, ਫਿਰ ਵੀ ਲੋਕਾਂ ਦੇ ਦਿਮਾਗ ਦੇ ਵਿੱਚ ਉਹ ਡਰ ਨਹੀਂ ਹੈ, ਫਿਰ ਵੀ ਉਹ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇ ਦਿੰਦੇ ਨੇ ਕਿ ਉਹਨਾਂ ਨੂੰ ਲੱਗਦਾ ਜੇ ਅਸੀਂ ਕੁਝ ਕਰਦੇ ਹਾਂ ਤਾਂ ਸਾਨੂੰ ਬਾਅਦ ਵਿੱਚ ਜ਼ਮਾਨਤ ਮਿਲ ਜੇਗੀ, ਜਾਂ ਫਿਰ ਕਾਨੂੰਨ ਦਾ ਡਰ ਕਿਸੇ ਨਾ ਕਿਸੇ ਤਰੀਕੇ ਨਾਲ ਦੇਖਿਆ ਜਾਵੇ ਉਹ ਘਟਦਾ ਜਾ ਰਿਹਾ। ਉਹਦਾ ਰੀਜ਼ਨ ਕੀ ਹੈ? ਦੇਖੋ, ਕਾਨੂੰਨ ਦਾ ਡਰ ਜਿਹੜਾ ਹੈ ਹੋਣਾ ਚਾਹੀਦਾ ਹੈ ਕ੍ਰਿਮੀਨਲਸ ਦੇ ਵਿੱਚ ਜੀ। ਦੇयर ਆਰ ਡਿਫਰੈਂਟ ਕੈਟਾਗਰੀਜ਼ ਆਫ ਕ੍ਰਾਈਮ, ਜਿਹੜੇ ਕੁਝ ਤਾਂ ਸੀਰੀਅਸ ਕ੍ਰਾਈਮ ਹੁੰਦੇ ਹਨ ਜਿਨ੍ਹਾਂ ਵਿੱਚ ਕ੍ਰਿਮੀਨਲਸ ਜਾਂ ਕ੍ਰਾਈਮ ਦਾ ਜਿਹੜਾ ਹੈ ਇੱਕ ਤਰੀਕੇ ਦਾ ਜਿਹੜਾ ਹੈ ਇਟ ਹੈਜ਼ ਹੈਵੀ ਵੇਟ, ਐਂਡ ਦੀ ਸੋਸਾਇਟੀ ਆਲਸੋ ਰਿਕੁਆਇਰਸ ਦੈਟ ਇਟ ਸ਼ੁੱਡ ਬੀ ਐਕਸਪੀਡੀਸ਼ੀਅਸਲੀ, ਉਹਨੂੰ ਇਨਵੈਸਟੀਗੇਟ ਛੇਤੀ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਦੇ ਵਿੱਚ ਜਿਹੜੇ ਬੰਦੇ ਉਹ ਅਰੈਸਟ ਛੇਤੀ ਹੋਣੇ ਚਾਹੀਦੇ, ਉਹਨਾਂ ਦੀ ਪ੍ਰੋਪਰ ਪ੍ਰੋਸੀਕਿਊਸ਼ਨ ਹੋ ਕਰਕੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਜੀ। So
ਸੇਫਟੀ ਪ੍ਰੋਜੈਕਟ ਜਿਹੜਿਆਂ ਦੇ ਬਾਰੇ ਅੱਜ ਅਸੀਂ ਗੱਲ ਕਰ ਰਹੇ ਸੀ, ਉਹਦੇ ਵਿੱਚ ਇਹ ਬਿਗ ਪ੍ਰੋਜੈਕਟ ਵਾਸ ਲਾਂਚ ਇਨ ਵਿਚ 1400 ਕੈਮਰਾਜ਼ ਆਫ ਜਿਹੜੇ ਬਹੁਤ ਚੰਗੀ ਕੁਆਲਿਟੀ ਦੇ ਕੈਮਰਾ ਉਹ ਪੂਰੇ ਸ਼ਹਿਰ ਦੇ ਵਿੱਚ ਅੱਡ-ਅੱਡ ਥਾਵਾਂ ਤੇ ਲਗਾਏ ਗਏ। ਔਰ ਉਹਦੇ ਬਾਅਦ ਸਮਾਰਟ ਸਿਟੀ ਪ੍ਰੋਜੈਕਟ ਦੇ ਵਿੱਚ ਉਹਨਾਂ ਨੂੰ ਸਬਸਿਊਮ ਕਰਕੇ ਔਰ ਉਹਦੇ ਵਿੱਚ ਜਿਹੜਾ ਕਈ ਜਗ੍ਹਾ 'ਤੇ ਜੋ ਕੰਸਟਰਕਸ਼ਨ ਐਕਟੀਵਿਟੀ ਸ਼ੁਰੂ ਹੋਈ ਉਹਦੇ ਕਰਕੇ ਕਾਫੀ ਜਿਹੜੀ ਹੈ ਇੱਕ ਵਾਰ ਸਾਡੇ ਕਈ ਕੈਮਰਾ ਜਿਹੜੇ ਪਹਿਲੇ ਲੱਗੇ ਹੋਏ ਸੀ ਜਾਂ ਪੁਆਇੰਟਸ ਸੀ ਉਹ ਪਹਿਲੇ ਕੰਮ ਕਰਨਾ ਬੰਦ ਕਰ ਗਏ, ਕਿਉਂਕਿ ਉਸ ਜਗ੍ਹਾ ਤੇ ਵਿੱਚ ਉਸਾਰੀ ਹੋ ਰਹੀ ਸੀ, ਰੋਡ ਦੀ ਉਸਾਰੀ ਹੋ ਰਹੀ ਸੀ, ਐਲੀਵੇਟਡ ਰੋਡਸ ਬਣ ਰਹੀਆਂ ਸਨ। ਸੋ ਹੁਣ ਜਿਹੜਾ ਜਾ ਕਰਕੇ ਔਰ ਅਸੀਂ ਐਮਫੇਸਾਈਜ਼ ਕਰਦੇ ਪਏ ਹਾਂ ਸਮਾਰਟ ਸਿਟੀ ਪ੍ਰੋਜੈਕਟ ਦੇ ਵਿੱਚ ਕਿ ਇਹਨਾਂ ਸਾਰਿਆਂ ਨੂੰ ਵਾਪਸ ਸ਼ੁਰੂ ਕੀਤਾ ਜਾਏ। ਪਹਿਲੇ ਕਰੀਬ 800 ਦੇ ਕਰੀਬ ਆ ਗਏ ਸੀ, ਹੁਣ ਕਰੀਬ 1050 ਕੈਮਰੇ ਫੰਕਸ਼ਨਲ ਹੋ ਗਏ। ਕੁੱਲ ਮਿਲਾ ਕਰਕੇ 1400 ਕੈਮਰਿਆਂ ਦੀ ਇਨੀਸ਼ੀਅਲ ਪ੍ਰਪੋਜ਼ਲ ਹੈ। ਉਹਦੇ ਇਲਾਵਾ 300 ਦੇ ਕਰੀਬ ਹੋਰ ਐਡੀਸ਼ਨਲ ਕੈਮਰੇ ਸ਼ਹਿਰ ਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਲੱਗ ਜਾਣ ਤਾਂ ਕਿ ਇਹਨੂੰ ਹੋਰ ਸੇਫ ਬਣਾਇਆ ਜਾ ਸਕੇ। ਇਸ ਤੋਂ ਇਲਾਵਾ ਅਸੀਂ 2 ਡਰੋਨ ਪ੍ਰੋਕਿਓਰ ਕੀਤੇ ਹੈ ਜਿਹੜੇ ਕਿ ਸ਼ਹਿਰ ਦੇ ਵਿੱਚ ਪ੍ਰਾਇਮਰਲੀ ਅਸੀਂ ਟ੍ਰੈਫਿਕ ਵਿੱਚ ਵੀ ਇਸਤੇਮਾਲ ਕਰਦੇ ਹਾਂ ਔਰ ਕਿਤੇ ਸਾਨੂੰ ਲੱਗਦਾ ਹੈ ਕਿ ਕ੍ਰਾਈਮ ਕੰਟਰੋਲ ਵਿੱਚ ਵੀ ਲੋੜ ਹੈ, ਉਹਨਾਂ ਨੂੰ ਵੀ ਇਸਤੇਮਾਲ ਕਰ ਸਕਦੇ ਹਾਂ। ਔਰ ਉਹਦੇ ਵਿੱਚ ਵੀ ਅਸੀਂ ਆਪਣੇ ਬੰਦੇ ਜੋ ਹੈ ਸਪੈਸ਼ਲੀ ਟ੍ਰੇਨ ਕਰਾਏ ਹੈ ਜਿਹੜੇ ਟ੍ਰੈਫਿਕ 1 ਔਰ ਟ੍ਰੈਫਿਕ 2 ਦੇ ਵਿੱਚ ਜਿਹੜੇ ਕਿ ਜਾ ਕਰਕੇ ਸਾਨੂੰ ਉਸ ਐਟਲੀਸਟ ਦਿਨ ਵਿੱਚ 2 ਵਾਰੀ ਜਾ ਕਰਕੇ ਉਹ ਮੋਨੀਟਰਿੰਗ ਕਰਦੇ हैं कि किसी ਏਰੀਆ ਦੇ ਵਿੱਚ ਮੇਜਰ ਪ੍ਰੋਬਲਮਸ ਹੈ। ਸੋ ਅਗਰ ਇਹ ਦੇਖਿਆ ਜਾਏ ਕਿ ਵੀ ਕ੍ਰਾਈਮ ਦੇ ਵਿੱਚ ਡਰ ਵਾਲੀ ਬਾਤ ਹੈ, ਸਾਡੇ ਕੋਲ ਆਟੋਮੈਟਿਕ ਨੰਬਰ ਪਲੇਟ ਰੀਡਿੰਗ ਸਿਸਟਮ ਜਿਹੜਾ ਹੈ ਬਹੁਤ ਚੰਗੀ ਤੌਰ ਤੇ ਕੰਮ ਕਰ ਰਿਹਾ ਹੈ ਔਰ 6 ਪੁਆਇੰਟਸ ਦੇ ਵਿੱਚ ਆਟੋਮੈਟਿਕ ਚਲਾਨ ਜਿਹੜੇ ਉਹ ਵੀ ਜਨਰੇਟ ਹੋ ਰਹੇ ਨੇ। ਸੋ ਕਰੀਬ 100 ਸੇ 125 ਦੇ ਕਰੀਬ ਡੇਲੀ ਰੈੱਡ ਲਾਈਟ ਜੰਪ ਦੇ ਚਲਾਨ ਆਟੋਮੈਟਿਕਲੀ ਜਨਰੇਟ ਹੁੰਦੇ हैं एंड वी ट्राई एंड सेंड them थ्रू दी पोस्ट्स एंड थ्रू इलैक्ट्रॉनिक मीडियम ਜਿਹੜੇ ਬੰਦਿਆਂ ਦੇ ਚਲਾਨ ਹੋਏ। ਓਕੇ ਸਰ, ਇੱਕ 15 ਅਗਸਤ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਵੱਲੋਂ ਇੱਕ ਵੈਬਸਾਈਟ ਲਾਂਚ ਕੀਤੀ ਗਈ ਸੀ ਕਿ ਕਿਸੇ ਲੋਕ ਬਹੁਤ ਖੱਜਲ ਖੁਆਰ ਹੁੰਦੇ ਸੀ ਆਪਣੀ FIR ਦਰਜ ਕਰਵਾਉਣ ਲਈ ਕਿਸੇ ਮਿਸਿੰਗ ਦੇ ਲਈ। ਸੋ ਇੱਕ ਵੈਬਸਾਈਟ ਦੇ ਵਿੱਚ ਤੁਸੀਂ ਜਾ ਕੇ ਸਭ ਕੁਝ ਅਪਲਾਈ ਕਰ ਸਕਦੇ ਹੋ, ਪਤਾ ਕਰ ਸਕਦੇ ਹੋ। ਤੇ ਜੇ ਗੱਲ ਕਰੀਏ ਹੁਣ ਤੱਕ ਕਿੰਨੇ ਕੇਸਿਸ ਉਸ ਵੈਬਸਾਈਟ ਦੇ ਵਿੱਚ ਦਰਜ ਹੋ ਚੁੱਕੇ ਨੇ? ਦੇਖੋ, ਇਹ ਜੋ ਨਵੀਂ ਜੋ ਰਿਵੈਂਪਡ ਵੈਬਸਾਈਟ ਅਸੀਂ ਆਪਣੀ ਲੁਧਿਆਣਾ ਪੁਲਿਸ ਦੀ ਕੀਤੀ ਸੀ, ਦਿਸ ਵਾਸ ਐਸ ਪਰ ਦੀ ਗਾਈਡਲਾਈਨਸ ਆਫ ਦੀ ਗਵਰਨਮੈਂਟ ਜੀ। ਉਹਦੇ ਵਿੱਚ ਬਾਈਲਿੰਗੁਅਲ ਹੈ ਸਭ ਤੋਂ ਪਹਿਲੀ ਗੱਲ, ਜਿਹੜਾ ਬੰਦਾ ਉਹਨੂੰ ਓਪਨ ਕਰਦਾ ਹੈ ਉਹਨੂੰ ਪੰਜਾਬੀ ਵਿੱਚ ਓਪਨ ਹੁੰਦੀ ਹੈ, ਬਟ देयर इज एन ਆਪਸ਼ਨ ਕਿ ਤੁਸੀਂ ਜਾ ਕਰਕੇ ਲੈਂਗੁਏਜ ਚੇਂਜ ਕਰਕੇ ਅੰਗਰੇਜ਼ੀ ਵਿੱਚ ਵੀ ਉਹਨੂੰ ਦੇਖ ਸਕਦੇ ਹੋ ਜੀ। ਸੋ ਉਹਦੇ ਵਿੱਚ ਹੀ ਸਭ ਤੋਂ ਪਹਿਲੇ ਅਗਰ ਤੁਸੀਂ ਮੋਬਾਈਲ ਤੇ ਖੋਲਦੇ ਹੋ ਤੇ ਉਹਦੇ ਵਿੱਚ ਸ਼ਿਕਾਇਤ ਦਾ ਜਿਹੜਾ ਇੱਕ ਆਪਣਾ ਟੈਬ ਆਉਂਦਾ ਹੈ, ਉਸ ਟੈਬ ਨੂੰ ਤੁਸੀਂ ਜਦੋਂ ਕਰੋਗੇ ਤੇ ਉਹਦੇ ਵਿੱਚ ਸਾਰੀ ਸਟੇਟ ਦੀ ਜਿਹੜੀ ਗ੍ਰੀਵੈਂਸ ਰਿਡਰੈਸਲ ਸਾਈਟ ਹੈ PGD ਸਾਈਟ, ਉਹਦੇ ਤੇ ਉਹ ਲੈ ਕੇ ਜਾਂਦਾ ਹੈ। ਉੱਥੇ ਤੁਸੀਂ ਜਾ ਕਰਕੇ ਆਪਣੇ ਆਪ ਨੂੰ ਆਪਣੇ ਆਧਾਰ ਨੰਬਰ ਔਰ ਫੋਨ ਨੰਬਰ ਦੇ ਰਾਹੀਂ ਰਜਿਸਟਰ ਕਰਦੇ ਹੋ। ਜਿੱਦਾਂ ਵੀ ਤੁਸੀਂ ਆਮ ਕਿਸੇ ਵੀ ਵੈਬਸਾਈਟ ਦੇ ਵਿੱਚ ਅਗਰ ਕੋਈ ਆਪਣਾ ਕੋਈ ਪਰਚੇਜ਼ ਕਰਨਾ ਚਾਹੁੰਦੇ ਹੋ ਤਾਂ ਪਹਿਲੇ ਰਜਿਸਟਰ ਕਰਦੇ ਹੋ ਆਪਣੇ ਆਪ ਨੇ ਫੋਨ ਨੰਬਰ ਮੇ। ਉਹਦੇ ਵਿੱਚ ਇੱਕ OTP ਜਨਰੇਟ ਹੁੰਦਾ ਹੈ, OTP ਤੁਸੀਂ ਆਥੈਂਟੀਕੇਟ ਕਰਦੇ ਹੋ, ਉਹਦੀ ਤੁਹਾਡੀ ਜਿਹੜੀ ਅਕਾਊਂਟ ਉਹ ਬਣ ਜਾਂਦਾ ਹੈ। ਸੋ ਓਵਰਆਲ ਜਿਹੜਾ ਹੈ ਬੜੀ ਕਾਮਯਾਬੀ ਨਾਲ ਜਿਹੜਾ ਚੱਲਦਾ ਰਿਹਾ ਔਰ ਇਹਦੇ ਵਿੱਚ ਅਸੀਂ ਵੀ ਫੈਸਿਲਿਟੇਟ ਕਰ ਰਹੇ ਹਾਂ ਕਿਉਂਕਿ ਪਹਿਲੀ ਵਾਰ ਲੋਕਾਂ ਨੂੰ ਇਸ ਤਰੀਕੇ ਦਾ ਸਿਸਟਮ ਦੇਖਣ ਨੂੰ ਮਿਲਿਆ ਹੈ। ਸੋ ਕਰੀਬ ਸਾਡੇ ਕੋਲ ਕਰੀਬ 2500 ਦੇ ਕਰੀਬ ਕੰਪਲੇਂਟਸ ਆ ਚੁੱਕੀਆਂ ਐਂਡ ਵੀ ਹੈਵ ਸਪੈਸ਼ਲੀ ਡਿਪਿਊਟਡ ਇੰਸਪੈਕਟਰ ਰੈਂਕ ਆਫੀਸਰਸ ਇਨ ਹੈਵੀ ਲੋਡ ਪੁਲਿਸ ਸਟੇਸ਼ਨ। ਇਹਦੇ ਵਿੱਚ ਕਈ ਪੁਲਿਸ ਸਟੇਸ਼ਨ ਜਿਹੜੇ ਜਿੱਥੇ ਸਾਨੂੰ ਲੱਗਦਾ ਹੈ ਕਿ ਜ਼ਿਆਦਾ ਲੋਡ ਆ ਰਿਹਾ, ਉੱਥੇ ਅਸੀਂ ਇੰਸਪੈਕਟਰਸ ਜਿਹੜੀ ਸਾਡੀ ਅਵੇਲੇਬਲ ਥੇ ਉਹਨਾਂ ਸਾਰਿਆਂ ਨੂੰ ਐਜ਼ ਪਬਲਿਕ ਗ੍ਰੀਵੈਂਸਿਸ ਆਫੀਸਰ ਇਨ ਐਡੀਸ਼ਨ ਟੂ ਦੀ SHOs ਐਂਡ ਅਦਰ ਸਟਾਫ ਉਹਨਾਂ ਨੂੰ ਲਾਇਆ ਹੈ ਤਾਂ ਕਿ ਇਹਨੂੰ ਪ੍ਰਾਇੋਰਟੀ ਤੇ ਡੀਲ ਕਰ ਸਕਣ। ਸਾਡੇ ਦੋਨੋਂ ਜੁਆਇੰਟ CPs ਇਸ ਨੂੰ ਮੋਨੀਟਰ ਕਰ ਰਹੇ ਹਨ ਔਰ ਉਮੀਦ ਹੈ ਸਾਨੂੰ ਇਸ ਹਫਤੇ ਦੇ ਵਿੱਚ ਹੀ ਅਸੀਂ ਜਿਹੜਾ ਹੈ ਇੱਕ ਮੇਜਰ ਬੈਕਲੌਗ ਜੋ ਪਹਿਲੇ ਪਿਆ ਹੋਇਆ ਸੀ ਕੰਪਲੇਂਟਸ ਦਾ ਉਹ ਵੀ ਨਿਕਾਲ ਰਹੇ ਹਾਂ। ਐਂਡ ਵੀ ਵਿਲ ਆਲਸੋ ਕੰਟੀਨਿਊ ਟੂ ਹੋਲਡ ਸਮ ਸਪੈਸ਼ਲ ਗ੍ਰੀਵੈਂਸ ਰਿਡਰੈਸ਼ਲ ਫੋਰਮਸ। ਇਹਦੇ ਬਾਅਦ ਕੈਂਪਸ ਵੀ ਲਾਉਣਗੇ ਔਰ ਇसी तरीके से ਸਾਡੀ ਜਿਹੜੀ ਵਿਮਨ ਰਿਲੇਟਡ ਵੀ ਕੰਪਲੇਂਟਸ ਹੈ ਉਹਨਾਂ ਨੂੰ ਵੀ ਅਸੀਂ ਜਿਹੜਾ ਹੈ ਆਪਣੇ 4 ਵਿਮਨ ਸੈੱਲ ਦੀ ਯੂਨਿਟਸ ਨੂੰ ਬਣਾ ਕਰਕੇ ਔਰ ਉਹਨਾਂ ਨੂੰ ਵੀ ਐਕਸਪੀਡਾਈਟ ਕਰਨੇ ਵਿੱਚ ਲੱਗੇ ਔਰ ਪਹਿਲੇ ਨਾਲੋਂ ਅਸੀਂ ਪਹਿਲੇ ਸੇ ਕੈਂਡੈਂਸੀ ਘਟਾ ਰਹੇ ਨੇ ਕਾਫੀ ਜੀ। ਓਕੇ ਸਰ, ਅਸੀਂ ਅਕਸਰ ਖਬਰਾਂ ਦੇ ਵਿੱਚ ਦੇਖਦੇ ਹਾਂ ਕਿ ਵੱਖ-ਵੱਖ ਸੰਸਥਾਵਾਂ ਆਉਂਦੀਆਂ, ਮੈਮੋਰੈਂਡਮ ਦੇ ਕੇ ਜਾਂਦੀਆਂ, ਲਿਖਤੀ ਪੱਤਰ ਦੇ ਕੇ ਜਾਂਦੀਆਂ ਕਿਉਂਕਿ ਉਹਨਾਂ ਦੀ ਸ਼ਿਕਾਇਤਾਂ ਨਹੀਂ ਸੁਣੀਆਂ ਜਾਂਦੀਆਂ ਤੇ ਉਹ ਵੀ ਕਿਤੇ ਨਾ ਕਿਤੇ ਕਾਗਜ਼ੀ ਕਾਰਵਾਈਆਂ ਤੱਕ ਹੀ ਰਹਿ ਜਾਂਦੀਆਂ ਨੇ। ਇਹ ਜਿਹੜੀਆਂ ਲਿਖਤੀ ਕਾਰਵਾਈਆਂ ਕਿੰਨੀਆਂ ਕੁ ਸੋਲਵ ਹੁੰਦੀਆਂ ਨੇ, ਕਿੰਨੇ ਕੁ ਕੇਸਿਸ ਦਾ ਜਿਹੜੇ ਲਿਖਤੀ ਪੱਤਰ ਮੈਮੋਰੈਂਡਮ ਆਉਂਦੇ ਨੇ? ਦੇਖੋ, ਬਹੁਤ ਤਰੀਕੇ ਕੇ ਜਿਹੜੇ ਲੋਕੀ ਆਪਣੀ ਗ੍ਰੀਵੈਂਸਿਸ ਲੈ ਕੇ ਆਣਾ ਚਾਹੁੰਦੇ, ਕਈ ਤਰੀਕੇ ਦੇ ਪ੍ਰੈਸ਼ਰ ਗਰੁੱਪਸ ਹੁੰਦੇ ਆ ਜਿਹੜੇ ਸਹੀ ਹੋ ਗਲਤ ਹੋ ਪਰ ਉਹ ਆਪਣਾ ਮੁੱਦਾ ਲੈ ਕਰਕੇ ਪਹੁੰਚੇ ਹੁੰਦੇ ਆ, ਪੁਲਿਸ ਤੱਕ ਵੀ ਪਹੁੰਚ ਕਰਦੇ ਆ, ਪ੍ਰਸ਼ਾਸਨ ਤੱਕ ਕਰਦੇ ਆ। ਕਈ
ਜਿਹੜੇ ਨੇ ਐਜੀਟੇਟ ਕਰ ਰਹੇ ਹੁੰਦੇ ਨੇ, ਕਈਆਂ ਦੇ ਐਜੀਟੇਸ਼ਨਸ ਦਾ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਜਾਂ ਪੁਲਿਸ ਪ੍ਰਸ਼ਾਸਨ ਨਾਲ ਕਿਸੇ ਕਿਸਮ ਦਾ ਵੀ ਜਿਹੜਾ ਹੈ ਕੋਈ ਡਾਇਰੈਕਟ ਲੈਣਾ ਦੇਣਾ ਨਹੀਂ ਹੁੰਦਾ ਜਾਂ ਪੁਲਿਸ ਵੱਲੋਂ ਉਹਨੂੰ ਨਹੀਂ ਸੋਲਵ ਕੀਤਾ ਜਾਣਾ ਹੁੰਦਾ। ਪਰ ਫਿਰ ਵੀ ਕਿਉਂਕਿ ਲਾਅ ਐਂਡ ਆਰਡਰ ਇਸ਼ੂਜ਼ ਬਣੇ ਹੁੰਦੇ ਹੈ, ਲੋਕੀ ਉੱਥੇ ਆ ਕਰਕੇ ਐਜੀਟੇਟ ਕਰ ਰਹੇ ਹੁੰਦੇ ਹੈ, ਕਿਤੇ ਇਸ਼ੂਜ਼ ਇਹੋ ਜਿਹੇ ਰਹਿੰਦੇ ਹੈ ਕਿ ਜਿਹੜੇ ਕਰਕੇ ਲੱਗਦਾ ਹੈ ਕਿ ਕੋਈ ਪੀਸ ਨਾ ਭੰਗ ਹੋ ਜਾਵੇ। ਸੋ ਇਹੋ ਜਿਹੇ ਸਾਰੇ ਸਰਕਮਸਟੈਂਸਿਸ ਦੇ ਵਿੱਚ ਵਾਟ ਵੀ ਟਰਾਈ ਐਂਡ ਡੂ ਇਜ਼ ਬੈਲੈਂਸ ਇਟ ਆਊਟ। ਅਸੀਂ ਇਹ ਨਹੀਂ ਚਾਹੁੰਦੇ ਕਿ ਵੀ ਲੋਕਾਂ ਦੀ ਕੋਈ ਆਵਾਜ਼ ਦੱਬੀ ਜਾਵੇ ਜਾਂ ਉਹਨਾਂ ਨੂੰ ਸੁਣਨਾ ਬੰਦ ਕਰ ਦਿੱਤਾ ਜਾਵੇ, ਪਰ ਜਿੱਥੇ ਵੀ ਜਾਇਜ਼ ਹੋਵੇ ਉੱਥੇ ਸਹੀ ਫੋਰਮ ਤੱਕ ਉਹਨਾਂ ਨੂੰ ਲੈ ਜਾਏ। ਜਿੱਥੇ ਕਈ ਪੁਲਿਸ ਕੋਲੋਂ ਉਹਨਾਂ ਨੂੰ ਗ੍ਰੀਵੈਂਸ ਹੈ ਉੱਥੇ ਵੀ ਅਸੀਂ ਆਪਣੇ ਕੋਲ ਜਿੰਨੇ ਜੋ ਆਫੀਸਰਸ ਹੈ, ਸੀਨੀਅਰ ਆਫੀਸਰਸ ਹੈ, ਜਿਹੜੇ ਅਸੀਂ 4 ਜ਼ੋਨਸ ਵਿੱਚ ਲਗਾਏ ਹੋਏ हैं, ਉਹਨਾਂ ਦੇ ਉੱਪਰ 2 ਜੁਆਇੰਟ ਸੀਪੀਜ਼ ਹੈ, ਉਹਨਾਂ ਦੀ ਸੁਪਰਵਿਜ਼ਨ ਵਿੱਚ ਡਿਊਟੀਆਂ ਲਗਾ ਦਿੰਦੇ हैं ਤਾਂ ਕਿ ਉਹਨੂੰ ਟਾਈਮਲੀ ਰਿਡਰੈਸ ਕੀਤਾ ਜਾਏ ਔਰ ਜਿੱਥੇ ਕੋਈ ਪ੍ਰੋਬਲਮ ਹੈ ਉਹਨੂੰ ਟੈਕਲ ਕੀਤਾ ਜਾਏ ਪ੍ਰੋਐਕਟਿਵਲੀ। ਔਰ ਜੇਕਰ ਅਸੀਂ ਪ੍ਰੋਐਕਟਿਵਲੀ ਇਹਨਾਂ ਨਾਲ ਇੰਗੇਜ ਕਰਕੇ ਔਰ ਹਾਲੇ ਤੱਕ ਟੈਕਲ ਨਾ ਕਰਨ ਤੇ ਬਹੁਤ ਸਾਰੀ ਜਿਹੜੀ ਹੈ ਸਮੱਸਿਆਵਾਂ ਜਿਹੜੀ ਸਾਨੂੰ ਦੇਖਣ ਨੂੰ ਮਿਲੇ ਸ਼ਹਿਰ ਦੇ ਵਿੱਚ, ਬਹੁਤ ਸ਼ਿਕਾਇਤਾਂ ਔਰ ਕਈ ਛੋਟੇ ਇਸ਼ੂਜ਼ ਹੁੰਦੇ ਵੀ ਹੈ ਜਿਹੜੇ ਕਿ ਮੁਹੱਲਾ ਲੈਵਲ ਦੇ ਹੁੰਦੇ ਆ, ਉੱਥੇ ਹੁੰਦੇ ਆ ਜਿਹੜੇ ਕਿ ਸਾਡੇ ਪੁਲਿਸ ਸਟੇਸ਼ਨ ਲੈਵਲ ਦਾ ਸਟਾਫ ਵੀ ਜਾ ਕਰਕੇ ਹੱਲ ਕਰਦਾ ਰਹਿੰਦਾ ਹੈ। ਸਾਡੇ PCRs ਵੀ ਇਹਦੇ ਵਿੱਚ ਬਹੁਤ ਮੇਜਰ ਕੰਟਰੀਬਿਊਸ਼ਨ ਦਿੰਦੇ ਆ, ਜਿਹੜੇ ਕਿ ਡਾਇਲ 112 ਵਾਲੀ ਜੋ ਫੈਸਿਲਿਟੀ ਹੈ, ਜੋ ਇਮਰਜੈਂਸੀ ਰਿਸਪਾਂਸ ਸਿਸਟਮ ਹੈ ਨੈਸ਼ਨਲ, ਉਸਕੇ ਥਰੂ ਵੀ ਜਿਹੜਾ ਹੈ ਉਹ ਫੋਨ ਕਾਲਸ ਨੂੰ ਰਿਸਪੌਂਡ ਕਰਦੇ ਆ ਔਰ ਬਹੁਤ ਸਾਰੀ ਫੋਨ ਕਾਲਸ ਆਉਂਦੀ ਰਹਿੰਦੀਆਂ ਜਿਹੜੇ ਤੇ ਉਹ ਜਾ ਕਰਕੇ ਉਹਨੂੰ ਜਾ ਕਰਕੇ ਉੱਥੇ ਗ੍ਰੀਵੈਂਸ ਰਿਡਰਸਲ ਕਰਦੇ ਆ, ਉੱਥੇ ਸੁਣਵਾਈ ਕਰਦੇ ਆ ਲੋਕਾਂ ਦੀ ਔਰ ਉੱਥੇ ਜਿੱਥੇ ਵੀ ਮੁਨਾਸਿਬ ਹੁੰਦਾ ਹੈ ਉੱਥੇ ਤੱਕ ਉਹਨੂੰ ਜਿਹੜਾ ਹੱਲ ਕਰਨ ਦੀ ਕੋਸ਼ਿਸ਼ ਕਰਦੇ ਆ ਇਸ਼ੂਜ਼। ਓਕੇ, ਤੇ ਸਰ ਟ੍ਰੈਫਿਕ ਦੀ ਸਮੱਸਿਆ ਦੇਖਿਆ ਜਾਵੇ ਲੁਧਿਆਣੇ ਸ਼ਹਿਰ ਦੀ ਮੇਜਰ ਸਮੱਸਿਆ ਦੇ ਵਿੱਚੋਂ ਇੱਕ ਆਉਂਦੀ ਆ ਔਰ ਇਹ ਵੀ ਸੁਣਨ ਨੂੰ ਮਿਲ ਰਿਹਾ ਹੈ ਕਿ ਟ੍ਰੈਫਿਕ ਪੁਲਿਸ ਹੈ ਜਿਹੜੀ ਬਹੁਤ ਘੱਟ ਹੈ। ਜਿਸ ਤਰ੍ਹਾਂ ਦਾ ਟ੍ਰੈਫਿਕ ਲੁਧਿਆਣੇ ਸ਼ਹਿਰ ਦੇ ਵਿੱਚ ਆ ਉਸ ਮੁਤਾਬਿਕ ਕੰਪੈਰੀਜ਼ਨ ਜੇ ਗੱਲ ਕਰੀਏ ਬਹੁਤ ਘੱਟ ਹੈ। ਇਹ ਸ਼ਾਰਟੇਜ ਦਾ ਕੀ ਕਾਰਨ ਹੈ? ਦੇਖੋ, ਸ਼ਹਿਰ ਬਹੁਤ ਤੇਜ਼ੀ ਨਾਲ ਵਧਿਆ ਹੈ। ਬਿਲਕੁਲ, ਪਿਛਲੇ 8-10 ਸਾਲਾਂ ਦੇ ਵਿੱਚ ਬਹੁਤ ਨਵੀਂ ਕਾਲੋਨੀਜ਼ ਐਡ ਅਪ ਹੋ ਗਈਆਂ ਨੇ। ਕਈ ਤੋਂ ਕਾਲੋਨੀਜ਼ ਆਥੋਰਾਈਜ਼ ਨਹੀਂ ਹੈ, ਪ੍ਰੋਪਰਲੀ ਪਲਾਨ ਨਹੀਂ ਕੀਤੀ ਗਈ ਹੈ। ਬਿਲਕੁਲ, ਸੈਂਟਰਲ ਸ਼ਹਿਰ ਦੇ ਵਿੱਚ ਬਹੁਤ ਸਾਰਾ ਕੰਸਟਰਕਸ਼ਨ ਐਕਟੀਵਿਟੀ ਇਸ ਵੇਲੇ ਚੱਲਦੀ ਪਈ ਹੈ, ਪਰ ਅਗਰ ਤੁਸੀਂ ਪਿਛਲੇ 4 ਮਹੀਨੇ ਦੇ ਵਿੱਚ ਜਦੋਂ ਤੋਂ ਮੈਂ ਆਇਆ ਦੇਖੋਗੇ ਤੁਸੀਂ ਔਰ ਉਦੋਂ ਤੋਂ ਮਤਲਬ ਯੂ ਵਿਲ ਫੀਲ ਕਿ ਵੀ ਜਿੱਥੇ ਜਿਸ ਤਰੀਕੇ ਦੇ ਨਾਲ ਸ਼ਹਿਰ ਦੇ ਵਿੱਚ ਐਨਕਰੋਚਮੈਂਟ, ਧੂਲ ਮਿੱਟੀ ਔਰ ਜਿਹੜਾ ਅਲੱਗ ਤਰੀਕੇ ਦਾ ਮਲਬਾ ਜੋ ਈਵਨ ਤੁਸੀਂ ਸਾਹਮਣੇ ਵਾਲੀ ਫਿਰੋਜ਼ਪੁਰ ਰੋਡ ਨੂੰ ਦੇਖ ਸਕਦੇ ਹੋ ਤੇ ਇਹਦੇ ਵਿੱਚ ਵੀ ਤੁਸੀਂ ਦੇਖੋਗੇ ਡਿਫਰੈਂਸ ਕਾਫੀ ਜ਼ਿਆਦਾ ਆਇਆ ਹੈ ਪਹਿਲੇ ਨਾਲੋਂ। ਜਿਹੜਾ ਹੈ ਅਸੀਂ ਕੋਸ਼ਿਸ਼ ਵਿੱਚ ਲੱਗੇ ਹੋਏ ਹਾਂ ਨੈਸ਼ਨਲ ਹਾਈਵੇਜ਼ ਅਥਾਰਟੀ ਦੇ ਨਾਲ, ਸਟੇਟ PWD ਦੇ ਨਾਲ, ਜਿੱਥੇ ਜਿਨ੍ਹਾਂ ਦੀ ਵੀ ਰੋਡਸ ਹੈ ਮੇਰੇ ਵੱਲੋਂ ਲਗਾਤਾਰ ਇਹ ਐਮਫੈਸਿਸ ਕੀਤਾ ਜਾ ਰਿਹਾ ਹੈ ਕਿ ਇਟ ਇਜ਼ ਇੰਪੋਰਟੈਂਟ ਕਿ ਰੋਡਸ ਸ਼ੁੱਡ ਬੀ ਪ੍ਰੋਪਰ, ਉਹਨਾਂ ਦੇ ਵਿੱਚ ਜਿਹੜਾ ਹੈ ਉਹ ਟੁੱਟੀ ਨਾ ਹੋਣ ਔਰ ਜਿਹੜੀ ਜਗ੍ਹਾ ਹੈ ਜਿੱਥੇ ਵੀ ਸਲਿਪ ਰੋਡਸ ਵਗੈਰਾ ਹੈ ਉੱਥੇ ਪ੍ਰੋਪਰ ਕੀਤਾ ਜਾਏ। ਪਿੱਛੇ ਤੁਸੀਂ ਦੇਖਿਆ ਹੋਣਾ ਹੈ ਕਿ ਜੋ ਪ੍ਰੋਗਰੈਸਿਵ ਡੇਰੀ ਫਾਰਮਰਸ ਨੇ ਆ ਕਰਕੇ ਕਾਫੀ ਦਿਨ ਇੱਥੇ ਧਰਨਾ ਲਗਾਇਆ ਤੇ ਉਹਦੇ ਵਿੱਚ ਵੀ ਐਲੀਵੇਟਡ ਰੋਡ ਜਦੋਂ ਫੰਕਸ਼ਨਲ ਹੋ ਗਈ ਉਹਦੇ ਕਰਕੇ ਬਹੁਤ ਵੱਡਾ ਰਿਲੀਫ ਸੀ, ਨਹੀਂ ਤਾਂ ਇੰਨੇ ਵੱਡੇ ਧਰਨੇ ਦੇ ਵਿੱਚ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਡਿਸਟਰਬੈਂਸ ਹੋਣੀ ਸੀ, ਖਾਸ ਤੌਰ ਤੇ ਜਿਹੜੀ ਇੰਟਰ ਡਿਸਟ੍ਰਿਕਟ ਮੂਵਮੈਂਟ ਹੈ ਟ੍ਰੈਫਿਕ ਦੀ, ਫਿਰੋਜ਼ਪੁਰ, ਜਗਰਾਓਂ, ਮੋਗਾ ਜਿੱਥੋਂ ਤੋਂ ਵੀ ਆ ਰਹੀ ਸੀ ਮੇਨ ਰੋਡ ਉਹਨੂੰ ਪ੍ਰੋਬਲਮ ਬਹੁਤ ਜ਼ਿਆਦਾ ਆਣੀ ਸੀ। ਬਿਲਕੁਲ। ਸੋ ਇੱਕ ਸਰ ਧਰਨਾ ਪ੍ਰਦਰਸ਼ਨ ਦੀ ਜਿਵੇਂ ਤੁਸੀਂ ਗੱਲ ਕੀਤੀ ਕਿ ਬਹੁਤ ਹੁੰਦੇ ਆ ਤਾਂ ਪੁਲਿਸ ਨੂੰ ਕਿੰਨੀ ਪ੍ਰੋਬਲਮਸ ਫੇਸ ਕਰਨੀ ਪੈਂਦੀਆਂ ਨਾ ਪ੍ਰੋਟੈਸਟ, ਕਿਉਂਕਿ ਉਹਨਾਂ ਦਾ ਮਾਈਂਡ ਜਾਂ ਫਿਰ ਧਿਆਨ ਪੂਰਾ ਡਾਇਵਰਟ ਹੋ ਜਾਂਦਾ ਕਿਉਂਕਿ ਆਪਣੀ ਡਿਊਟੀ ਤੋਂ ਧਰਨੇ ਪ੍ਰਦਰਸ਼ਨ ਵੱਲ ਜਾਣਾ, ਪ੍ਰੋਟੈਸਟ ਦੇ ਵਿੱਚ ਡਿਊਟੀਆਂ ਲੱਗੀਆਂ ਨੇ। ਸੋ ਕਿੰਨੀਆਂ ਪਰੇਸ਼ਾਨੀਆਂ ਆਉਂਦੀਆਂ ਜਿਹੜੀਆਂ ਪੁਲਿਸ ਮਹਿਕਮੇ ਦੇ ਵਿੱਚ? ਦੇਖੋ, ਧਰਨੇ ਪ੍ਰੋਟੈਸਟ ਦੇ ਨਾਲ ਬਹੁਤ ਸਾਰੀ ਡਿਊਟੀਜ਼ ਸਾਨੂੰ ਲਗਾਉਣੀ ਪੈਂਦੀ ਹੈ। ਬਿਲਕੁਲ। ਕਈ ਜਿਹੜੀ ਅਗਰ ਇਹੋ ਜਿਹੀ ਡਿਊਟੀਜ਼ ਵੀ ਹੋਣ ਜਿੱਥੇ ਸਾਨੂੰ ਲੱਗਦਾ ਹੈ ਕਿ ਕੋਈ ਕਿਸੇ ਕਿਸਮ ਦੀ ਲਾਅ ਐਂਡ ਆਰਡਰ ਸਮੱਸਿਆ ਨਹੀਂ ਆਊਗੀ ਜੀ, ਫਿਰ ਵੀ ਚूँकि ਲੋਕ ਇਕੱਠੇ ਹੁੰਦੇ ਹੈ ਕਿਸੇ ਕਿਸਮ ਦਾ ਜਿਹੜਾ ਹੈ ਇਨਸਿਕਿਉਰਿਟੀ ਦੀ ਫੀਲਿੰਗ ਸ਼ਹਿਰ ਦੇ ਵਸਨੀਕਾਂ ਵਿੱਚ ਨਾ ਆਣ ਕਿ ਜਿੱਥੇ ਕਈ 50, 100, 150 ਬੰਦੇ ਇਕੱਠੇ ਹੋ ਕਰਕੇ ਜਾ ਰਹੇ हैं, ਸੋ ਉਸ ਜਗ੍ਹਾ ਤੇ ਸਾਨੂੰ ਪੂਰਾ ਪ੍ਰੋਪਰ ਡਿਪਲੋਇਮੈਂਟ ਕਰਨਾ ਪੜਦਾ ਹੈ। ਇसी तरीके से कई बार सानू जिहड़ा है ਈਵਨ ਕੋਰਟ ਕੰਪਲੈਕਸਿਸ ਦੇ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਸਿਕਿਉਰਿਟੀ ਲਾਉਣੀ ਪਈ ਪਿੱਛੇ ਕਈ ਇਹੋ ਜਿਹੇ ਜਿਹੜੇ ਐਕਸ ਮਿਨਿਸਟਰਸ ਵਗੈਰਾ ਦੀ ਪੇਸ਼ੀ ਹੋਈ ਜਿਹੜੇ ਕਰਕੇ ਕਿ ਬਹੁਤ ਵੱਡੀ ਗਿਣਤੀ ਵਿੱਚ ਮੀਡੀਆ ਕਵਰੇਜ ਉਹਦੀ ਹੋਈ ਔਰ ਸੀਨੀਅਰ ਪੋਲੀਟੀਕਲ ਲੀਡਰਸ ਉਸ ਵਿੱਚ ਆਪ ਆ ਕਰਕੇ ਇਨਵੋਲਵ ਰਹੇ। ਸੋ ਉਹਨਾਂ ਦੀ ਸੁਰੱਖਿਆ, ਉਸ ਏਰੀਆ ਦੀ ਸੁਰੱਖਿਆ, ਇਹ ਸਾਰੀ ਚੀਜ਼ ਜਿਹੜੀ ਹੈ ਇੱਕ ਚੈਲੰਜਿੰਗ ਰਹਿੰਦੀ ਹੈ ਸਾਡੇ ਲਈ। ਅਦਰਵਾਈਜ਼ ਵੀ ਡੇ ਟੂ ਡੇ ਜਿਹੜੇ ਹੈ ਕਈ ਤਰੀਕੇ ਦੀ ਧਾਰਮਿਕ ਗਤੀਵਿਧੀਆਂ ਹੋਣ, कई तरीके के समागम जेडे चलते रहते हैं, कई तरीके की रैलीज़ होंदी हैं, कई
ਜਿਹੜੇ ਨੇ ਪ੍ਰੋਗਰਾਮਸ ਆਰਗੇਨਾਈਜ਼ ਕੀਤੇ ਜਾਂਦੇ ਆ ਸੋਸ਼ਲ ਜਥੇਬੰਦੀਆਂ ਵੱਲੋਂ, ਰਿਲੀਜੀਅਸ ਜਥੇਬੰਦੀਆਂ ਵੱਲੋਂ। ਸੋ when Ludhiana is a big center where people have lot of activities planned going on, schools की भी अपनी एक्टिविटीज़ चल रही होंगी हैं, तो इन्हां सारिਆਂ ਨੂੰ ਡੀਲ ਕਰਨ ਦੇ ਲਈ ਵੀ ट्राई एंड बैलेंस इट आउट कि साड़ी जी डे टू डे ड्यूटीज़ हैं, क्राइम कंट्रोल की ड्यूटीज़ हैं, पेट्रोलिंग है, प्रोएक्टिविटी है जी साड़ी, उन्होंने बैलेंस आउट कर सकिए और जिथे सानू लगता है उथे अपनी जी है डिप्लॉयमेंट्स भी इस तरीके से करिए। सो लॉट ऑफ दैट प्रेशर डेफिनेटली टेल्स ऑन अस, क्योंकि बहुत कई बार कई तरीके के ਇਹੋ ਜਿਹੇ ਸਿਮਲਟੇਨੀਅਸ ਪ੍ਰੋਗਰਾਮਸ ਚੱਲਦੇ ਹੁੰਦੇ हैं ਜਿਨ੍ਹਾਂ ਵਿੱਚ ਅਸੀਂ ਕਈ ਜਗ੍ਹਾ ਫੋਰਸ ਭੇਜਣੀ ਹੁੰਦੀ ਹੈ ਔਰ ਇਹਦੇ ਕਰਕੇ ਆਬਵੀਅਸਲੀ ਯੂ ਹੈਵ ਟੂ ਵਿਡਰਾ ਫੋਰਸ ਫਰਮ ਮੈਨੀ ਪਲੇਸਿਸ। ਬਿਲਕੁਲ। ਸੋ ਸਰ, ਜਿਸ ਤਰੀਕੇ ਨਾਲ ਲੁਧਿਆਣਾ ਸ਼ਹਿਰ ਬਹੁਤ ਵੱਡਾ ਹੈ, ਉਸ ਕੰਪੈਰੀਜ਼ਨ ਦੇਖਿਆ ਜਾਵੇ ਕਿਤੇ ਨਾ ਕਿਤੇ ਪੁਲਿਸ ਦੀ ਸ਼ਾਰਟੇਜ ਤੁਹਾਨੂੰ ਲੱਗਦਾ ਹੈ ਕਿ ਹੈ? ਦੇਖੋ, ਪਹਿਲੇ ਨਾਲੋਂ ਸਾਨੂੰ ਕਰੀਬ 320 ਦੇ ਕਰੀਬ ਸਾਡੇ ਨਿਊ ਰਿਕਰੂਟਸ ਨੇ ਜੁਆਇਨ ਕੀਤਾ ਹੈ, ਬਟ ਇਟ ਟੇਕਸ ਟਾਈਮ ਫॉर them to understand all the things, to get trained and get into the field. ਬਿਲਕੁਲ। So ਅਸੀਂ ਜਿਹੜਾ ਹੈ we will try and also put in some of those to get exposed to the city better, ਉਹਨਾਂ ਨੂੰ ਯੂਜ਼ ਕਰਨਗੇ ਅਸੀਂ। ਔਰ ਜਦੋਂ ਤੱਕ ਉਹ ਫੁੱਲ ਟ੍ਰੇਨਿੰਗ ਕਰਕੇ ਨਹੀਂ ਆਉਂਦੇ, till the time they are also being put into different kind of tasks and training। ਪਿਛਲੇ 2 ਦਿਨਾਂ ਦੇ ਵਿੱਚ ਮੈਂ ਉਹਨਾਂ ਨੂੰ ਸ਼ਹਿਰ ਦੇ ਵਿੱਚ ਟਾਸਕ ਦਿੱਤਾ ਸੀ ਕਿ 4-4 ਘੰਟੇ ਦੇ ਲਈ ਉਹ ਜਾ ਕਰਕੇ ਔਰ ਸ਼ਹਿਰ ਦੇ ਵਿੱਚ ਆਪਣਾ in plain clothes, both women recruits as well as the police men recruits and ex-servicemen also we have substantial number। ਸੋ ਇਹ ਸਾਰੇ ਦੇ ਸਾਰੇ ਜਾ ਕਰਕੇ ਅਲੱਗ-ਅਲੱਗ ਗਲੀਆਂ ਦੇ ਵਿੱਚ, ਮੁਹੱਲਿਆਂ ਦੇ ਵਿੱਚ ਜਾ ਕੇ ਆਪ ਆਪਣਾ ਫਸਟ ਹੈਂਡ ਐਕਸਪੀਰੀਅੰਸ ਦੇਖਣ ਕਿ ਵੀ ਕੀ ਗਲਤ ਦਿਸ ਰਿਹਾ ਉਹਨਾਂ ਨੂੰ, ਕੀ ਸੁਧਾਰ ਹੋਣੇ ਵਾਲਾ ਹੈ। ਪੁਲਿਸ ਦੀ ਡਿਊਟੀਜ਼ ਵੀ ਵਾਚ ਕਰਨ ਕਿ ਵੀ ਕੋਈ ਸਹੀ ਕਰ ਰਿਹਾ ਹੈ, ਨਹੀਂ ਕਰ ਰਿਹਾ ਹੈ, ਐਂਡ ਮੇਕ ਐਨ ਇੰਪ੍ਰੈਸ਼ਨ। ਤੇ ਇਹ ਪਿਛਲੇ 2 ਦਿਨਾਂ ਵਿੱਚ ਐਕਸਰਸਾਈਜ਼ ਕੀਤੀ ਹੈ ਔਰ ਅੱਜ ਉਹਨਾਂ ਦੀ ਡੀਬਰੀਫਿੰਗ ਹੋਈ ਹੈ। ਸੋ ਵੀ ਵਿਲ ਆਲਸੋ ਸੈਂਡ them in dress also very soon। ਤੇ ਮੈਨੂੰ ਲੱਗਦਾ ਉਹਦੇ ਬਾਅਦ ਥੋੜੀ ਵਿਜ਼ਿਬਿਲਿਟੀ ਪੁਲਿਸ ਦੀ ਵੀ ਬੈਟਰ ਹੋਊਗੀ ਜਿੰਨੇ ਚਿਰ ਉਹ ਸਾਡੇ ਕੋਲ ਟ੍ਰੇਨਿੰਗ ਤੇ ਨਹੀਂ ਜਾਂਦੇ। ਤੇ ਸਰ, ਮਹਿਲਾਵਾਂ ਦੀ ਸੁਰੱਖਿਆ ਵੀ ਇੱਕ ਬਹੁਤ ਵੱਡਾ ਮੁੱਦਾ ਮੰਨਿਆ ਜਾਂਦਾ ਹੈ ਕਿਸੇ ਵੀ ਸ਼ਹਿਰ ਦੇ ਵਿੱਚ ਲਗਾਈਏ, ਤੇ ਪੰਜਾਬ ਦੇ ਵਿੱਚ ਲੁਧਿਆਣੇ ਸ਼ਹਿਰ ਦੀ ਜੇ ਗੱਲ ਕਰੀਏ, ਉਹਨਾਂ ਦੀ ਸਿਕਿਉਰਿਟੀ ਲਈ ਕੋਈ ਸਪੈਸ਼ਲ ਅਭਿਆਨ ਜਾਂ ਕੋਈ ਹੈਲਪਲਾਈਨ ਨੰਬਰ ਫਿਲਹਾਲ ਚਲਾਇਆ ਜਾ ਰਿਹਾ ਹੈ? ਦੇਖੋ, ਹੈਲਪਲਾਈਨ ਨੰਬਰਸ ਆਲਰੇਡੀ ਪੰਜਾਬ ਪੁਲਿਸ ਦੇ 181 is already functional। we get lot of calls and I monitor those calls also। ਬਹੁਤੇ ਜ਼ਿਆਦਾ ਤਾਂ ਇਹ ਹੁੰਦੇ ਹੈ ਕਿ ਵੀ it is a dispute between husband and wife where domestic violence has happened। ਇਸ ਤੋਂ ਇਲਾਵਾ ਕਈ ਜਗ੍ਹਾ in-laws ਦੇ ਨਾਲ ਪ੍ਰੋਬਲਮ ਚੱਲ ਰਹੀ ਹੁੰਦੀ, ਕਈ ਜਗ੍ਹਾ ਜਿਹੜਾ ਹੈ ਇਸ ਤਰੀਕੇ ਦੀ ਵੀ ਆਉਂਦੀ ਹੈ ਕਿ ਈਵ ਟੀਜ਼ਿੰਗ ਕੋਈ ਕਰ ਰਿਹਾ ਹੈ, ਪਰੇਸ਼ਾਨ ਕਰ ਰਿਹਾ ਹੈ। Then we have our good cyber cell has also been sort of augmented। तो उसमें बड़ी सारी women related complaints होती हैं कि somebody is doing cyber stalking, परेशान कर रहा है, बार बार मैसेज करता है, photographs भेजता है, कोई messages गलत भेजता है। तो I mean all that is also dealt by us, and where somebody comes to us we do register cases। Our women cell is also a very strong cell। A women police station separately deals after the cases which are registered। ਸੋ ਉਹਦੇ ਵਿੱਚ ਵੀ ਸਾਡਾ ਜਿਹੜਾ ਹੈ that is another mechanism। in the police control room the manning of 181 and 104 is done separately। so वो उसका staff अलग रहता है, they are trained for it and they stayed in our civil hospital also with the civil administration ਦੇ ਨਾਲ ਮਿਲ ਕਰਕੇ one stop center ਹੈ वहाँ। ਉਹਦੇ ਵਿੱਚ ਇੱਕ ਸਾਡੀ ਇੰਸਪੈਕਟਰ ਵੀ ਲੱਗੀ ਹੋਈ ਹੈ and we also have special juvenile police unit में सब inspectors। whenever we get a case of sexual assault, because we getting some cases of POXO sexual assault, so in cases को वो जा कर के as per the जाब्ता वो डील करते हैं। इस तो अलावा जड़ा है साढ़े जो सांझ सेंटर्स के अंदर women staff लग गया हुआ है। we have tasked them to go to such areas जहाँ पे young children, girls have been assaulted, or we know that lot of elopement of young girls for trafficking might happen। so ਇਹਨਾਂ ਏਰੀਆਜ਼ ਦੇ ਵਿੱਚ ਜਾ ਕਰਕੇ ਅਸੀਂ ਪੇਰੈਂਟਸ ਨੂੰ ਇੰਗੇਜ ਕਰ ਰਹੇ ਹਾਂ। ਇਹਨਾਂ ਏਰੀਆਜ਼ ਦੇ ਵਿੱਚ ਜਾ ਕਰਕੇ ਅਸੀਂ ਏਰੀਆ ਦੇ ਵਸਨੀਕਾਂ ਨਾਲ ਗੱਲਬਾਤ ਕਰਕੇ ਉਹਨੂੰ ਏਰੀਆ ਨੂੰ ਥੋੜਾ ਸਿਕਿਉਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਵੀ ਇਸ ਤਰੀਕੇ ਸੇ you must keep an eye on the children when they go to school, come back from the school, and also within the vedas, क्योंकि यहाँ पे बहुत सारा ਜਿਹੜੀ है migrant population comes and they stay and the parents both have to go for work। so that is when the children also become a little vulnerable। so that is also been taken up by us and our teams do go
ਵੀ ਹੈਵ 2 ਪਰਮਾਨੈਂਟ ਕਾਉਂਸਲਰਸ ਆਲਸੋ ਜਿਹੜੇ ਕਿ ਸਾਂਝ ਤੋਂ ਉਹਨਾਂ ਦੀ ਪੇਮੈਂਟਸ ਹੁੰਦੀ ਹੈ ਐਂਡ ਵੇਅਰਐਵਰ ਵੀ ਫੀਲ ਦੈਟ ਦੇਰ ਹੈਜ਼ ਬੀਨ ਸੈਕਸ਼ੂਅਲ ਅਸੌਲਟ ਔਰ ਅ ਯੰਗ person, child, girl is involved, so they also go and speak to them and counsel them. ਓਕੇ ਸੋ ਸਰ ਹੁਣ ਅਸੀਂ ਚਾਹੁੰਦੇ ਹਾਂ ਸਾਡੇ ਲੁਧਿਆਣਾ ਲਾਈਵ ਦੇਖ ਰਹੇ ਦਰਸ਼ਕਾਂ ਨੂੰ ਇੱਕ ਮੈਸੇਜ ਜ਼ਰੂਰ ਦਿਓ। ਦੇਖੋ ਮੈਂ ਲੁਧਿਆਣਾ ਵਾਸੀਆਂ ਨੂੰ ਇਹ ਅਸ਼ੋਰ ਕਰਨਾ ਚਾਹੁੰਦਾ ਕਿ ਵੀ ਵਿਦ ਦੀ ਬੈਸਟ ਆਫ ਦੀ ਟੈਕਨੋਲੋਜੀ ਐਂਡ ਰਿਸੋਰਸਿਸ ਵੀ ਹੈਵ ਬੀਨ working and we have been improving upon the previous जो भी पुलिस की जो हमारे को लगते हैं challenges हैं उनके ऊपर we have been dealing day to day. New challenges keep coming and we also keep changing our strategies. The coming 2 months are the festival season and we understand that lot of challenges are there. So we will like to take cooperation from all the religious and the social groups ਜਿਹੜੇ ਵੀ ਇੱਥੇ ਕੋਈ ਵੱਡੇ ਪ੍ਰੋਗਰਾਮਸ ਆਰਗੇਨਾਈਜ਼ ਕਰਦੇ ਆ ਅਡਲਟ ਤਰੀਕੇ ਦੇ ਕਰਦੇ ਐਂਡ ਪ੍ਰੋਸੈਸ਼ਨਸ ਵੀ ਹੁੰਦੇ ਆ that this is important time for us. We actually want cooperation from them and we will see that all the enjoyment that happens safely. And please wherever you find ki there is something which you can bring out to our notice to improve the policing, please do reach out to us. ਥੈਂਕ ਯੂ ਸੋ ਮਚ ਸਰ ਸਾਨੂੰ ਆਪਣਾ ਪ੍ਰੀਸ਼ੀਅਸ ਟਾਈਮ ਦੇਣ ਦੇ ਲਈ। ਅਸੀਂ ਉਮੀਦ ਕਰਦੇ ਹਾਂ ਸਾਡੇ ਲੁਧਿਆਣਾ ਲਾਈਵ ਦੇਖ ਰਹੇ ਦਰਸ਼ਕਾਂ ਨੂੰ ਵੀ ਸਾਰੇ ਉਹ ਸਵਾਲਾਂ ਦੇ ਜਵਾਬ ਮਿਲ ਚੁੱਕੇ ਹੋਣਗੇ ਜੋ ਚਾਹੁੰਦੇ ਸਨ। ਹੋਰ ਇੱਦਾਂ ਦੀਆਂ ਇੰਟਰਵਿਊਜ਼ ਲੈ ਕੇ ਟਾਕ ਸ਼ੋਜ਼ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਵੇਖਦੇ ਰਹੋ ਲੁਧਿਆਣਾ ਲਾਈਵ ਨਿਊਜ਼।